धरती दे वल तेरे वधदे कदम पावन धरती दे वल तेरे वधदे कदम तेरे जीवन दे बंदेरा खोलणगे रब दी बरकत दे नाल उजड़े खिल जाणगे सुते पाग तेरे जाग तैनू डोलणगे पावन धरती दे वल मंगी दुआ पूरी हो जावेगी वगदी हनेरी भी खलो जावेगी मंगी दुआ पूरी हो जावेगी वगदी हनेरी भी खलो जावेगी फिर ना होवेगा डर ना ही कोई फिकर खंभ आत्मा दे तेरे उत्ते डोलने रब दी बरकत दे नाल उजड़े खिल जाणगे सुते पाग तेरे जाग तैनू डोलने पावन धरती दे वल तेरे वधदे कदम तेरे जीवन दे बंदेरा खोलणे पावन धरती दे वल पावन धरती ते वधदे कदम। प्यारे दर्शकों, शायद तुहाडे विचों कईयां ने इस किताब नूं पढ़िया होवे, कईयां ने देखिया भी होवेगा अते हो भी सकदा कि कईयां ने इस नूं बिल्कुल नहीं जाणिया। ਇਹ किताब दे मुख संपादक श्री शमौन यूसुफ संधू हन अते ਇਹ किताब मोनसिन्योर माइकल एनी की अगवाई विच लिखी गई है। इस किताब नूं अति सत्कारयोग बिशप सिम्फोरियन जी के 75वें जन्मदिन ते उन्हां नूं एक गिफ्ट के तौर पर समर्पित की गई सी। इस किताब नूं दिखाउण दे मेरे दो मकसद हैं। पहला मकसद यह है कि इस किताब दे विच सानूं साडी जलंधर डायसिस दे शुरुआती विशेष अते इतिहासिक घटनावां की जानकारी मिलती है अते दूजा मकसद ये है कि जो असी डॉक्यूमेंट्रीज की लड़ी शुरू कर रहे हैं, असी इस लड़ी का टाइटल भी पावन धरती ते वधदे कदम रखा है। असी डायसिस के इतिहास नूं 3 हिस्सों में वंडिया है। पहला हिस्सा है 46 ईस्वी तो लैके 1952 ईस्वी तक। दूजा हिस्सा है 1952 ईस्वी तो लैके 1972 ईस्वी तक अते 1972 ईस्वी तो लैके अज तक जाने कि हुण तक। अते साडे प्रार्थना भवन टीवी दी एंकर श्वेता सांसिया तुहाडे सामने साडी डायसिस दे पहले इतिहास नूं पेश करेगी। समा भावें कोई भी होवे, मनुख अक्सर इस गल प्रति जिग्यासु और बेचैन रहता है कि वो ये जाने कि ये जो समा है ये इत्थों तक किवें पहुंचिया, ये सब कुछ किवें वापरिया। अजिहे सवाल अक्सर मनुखी मन विच विचरदे रहंदे हन। अजिहे ही कुछ सवालों प्रति एक विचारधारा लोकां दे मन विच छिड़ पई कि पंजाब दी पावन धरती दे उत्ते मिशनरियां दे कदम किवें पए
ਅਤੇ ਖਾਸ ਕਰ ਸਾਡੇ ਨੌਜਵਾਨ ਅਤੇ ਵਰਤਮਾਨ ਪੀੜ੍ਹੀ ਦੇ ਬੱਚਿਆਂ ਦੇ ਮਨ ਵਿੱਚ ਵੀ ਇਹ ਸਵਾਲ ਜ਼ਰੂਰ ਆਇਆ ਹੋਵੇਗਾ। ਸੋ ਪ੍ਰਾਰਥਨਾ ਭਵਨ ਟੀਵੀ ਦੇ ਸਹਿਯੋਗ ਦੇ ਨਾਲ ਮੈਂ ਤੁਹਾਨੂੰ ਲੈ ਕੇ ਜਾ ਰਹੀ ਹਾਂ 46 ਈਸਵੀ ਤੋਂ 1952 ਤੱਕ ਦੇ ਉਸ ਖਾਸ ਸਮੇਂ ਦੇ ਵਿੱਚ ਜਦੋਂ ਪੰਜਾਬ ਦੀ ਧਰਤੀ ਤੇ ਮਿਸ਼ਨਰੀਆਂ ਨੇ ਆਪਣੇ ਕਦਮ ਪਾਏ ਅਤੇ ਸਾਂਝੀਆਂ ਕਰਾਂਗੀ ਉਹ ਖਾਸ ਗੱਲਾਂ ਕਿ ਕਿਵੇਂ ਉਹਨਾਂ ਨੇ ਪ੍ਰਭੂ ਦੇ ਵਚਨ ਦੇ ਬੀਜ ਨੂੰ ਬੀਜਿਆ ਅਤੇ ਕਿਵੇਂ ਉਸ ਵਿੱਚੋਂ ਨਿਕਲ ਕੇ ਆਈ ਸਾਡੀ ਜਲੰਧਰ ਡਾਇਓਸੀਸ। ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਸਥਾਨਿਕ ਕਲੀਸਿਆ ਦਾ ਸਿਹਰਾ ਬਣਨ ਦੇ ਲਈ ਪ੍ਰਭੂ ਯਿਸੂ ਦਾ ਆਪਣਾ ਰਸੂਲ ਸੰਤ ਥੋਮਸ ਯਰੂਸ਼ਲਮ ਤੋਂ ਪੰਜਾਬ ਆਇਆ। ਪ੍ਰਾਚੀਨ ਪਰੰਪਰਾ ਅਨੁਸਾਰ ਪੰਜਾਬ ਦੇ ਇੱਕ ਮਹਾਰਾਜ ਗੌਂਡੇਫਰ ਨੇ ਸੰਤ ਥੋਮਸ ਨੂੰ ਆਪਣਾ ਆਲੀਸ਼ਾਨ ਮਹਿਲ ਬਣਾਉਣ ਦੇ ਲਈ ਪੰਜਾਬ ਦੇ ਪੁਰਾਣੇ ਸ਼ਹਿਰ ਟੈਕਸਲਾ ਵਿਖੇ ਬੁਲਾਇਆ। ਰਾਜਾ ਗੌਂਡੇਫਰ ਦੇ ਸੱਦੇ ਤੇ 46 ਈਸਵੀ ਵਿੱਚ ਸੰਤ ਥੋਮਸ ਭਾਰਤ ਦੇ ਟੈਕਸਲਾ ਵਿਖੇ ਪਹੁੰਚਿਆ। ਇਸ ਸਮੇਂ ਦੇ ਦੌਰਾਨ ਹੀ ਸੰਤ ਥੋਮਸ ਨੇ ਪੰਜਾਬ ਦੇ ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਬਾਰੇ ਦੱਸਿਆ ਅਤੇ ਨਤੀਜੇ ਵਜੋਂ ਬਹੁਤ ਸਾਰੇ ਲੋਕ ਪ੍ਰਭੂ ਯਿਸੂ ਉੱਤੇ ਈਮਾਨ ਵੀ ਲਿਆਏ। ਇਹ ਗੱਲ ਯਕੀਨੀ ਅਤੇ ਮੰਨਣਯੋਗ ਹੈ ਕਿ 37 ਈਸਵੀ ਤੋਂ 51 ਈਸਵੀ ਤੱਕ ਦਾ ਸਮਾਂ ਥਲ ਯਾਤਰਾ ਵਾਸਤੇ ਬਿਲਕੁਲ ਸੁਰੱਖਿਅਤ ਸੀ ਅਤੇ ਕੋਈ ਜ਼ਰੂਰੀ ਨਹੀਂ ਸੀ ਕਿ ਮੱਧ ਏਸ਼ੀਆ ਤੋਂ ਭਾਰਤ ਆਉਣ ਦੇ ਲਈ ਸਮੁੰਦਰੀ ਰਾਹ ਹੀ ਅਪਣਾਇਆ ਜਾਵੇ। ਸੰਤ ਥੋਮਸ ਰਸੂਲ ਦੇ 46 ਈਸਵੀ ਤੋਂ ਪੰਜਾਬ ਦੇ ਟੈਕਸਲਾ ਖੇਤਰ ਵਿੱਚ ਆਉਣ ਸੰਬੰਧੀ ਇਤਿਹਾਸ ਮਿਲ ਹਿਲ ਮਿਸ਼ਨਰੀ ਜੌਨ ਰੋਨੀ ਦੀ ਲਿਖੀ ਪੁਸਤਕ ਸ਼ੈਡੋਜ਼ ਇਨ ਦਾ ਡਾਰਕ ਦੇ ਵਿੱਚ ਬਿਆਨ ਹੈ। ਉਸ ਤੋਂ ਇਲਾਵਾ ਦੋ ਹੋਰ ਪੱਖ ਸਾਹਮਣੇ ਆਉਂਦੇ ਹਨ, ਜਿਨ੍ਹਾਂ ਵਿੱਚ ਇੱਕ ਤਾਂ ਇਹ ਹੈ ਕਿ ਸਿੰਧ ਦਰਿਆ ਦੇ ਕੰਢੇ ਵਸੇ ਪਿੰਡ ਥਾਟਾ ਦੀ ਆਬਾਦੀ ਜੋ ਫਕੀਰ ਕਮਿਊਨਿਟੀ ਵੀ ਅਖਵਾਉਂਦੀ ਹੈ ਆਪਣਾ ਮਸੀਹਤ ਵਿੱਚ ਆਰੰਭ ਸੰਤ ਥੋਮਸ ਤੋਂ ਹੀ ਮੰਨਦੇ ਹਨ। ਦੂਸਰਾ ਤੱਥ ਮਿਲੇ ਅਵਸ਼ੇਸ਼ ਤੋਂ ਸਿੱਧ ਹੁੰਦਾ ਹੈ ਜਦ 1935 ਵਿੱਚ ਇੱਕ ਪੁਰਾਣੇ ਸ਼ਹਿਰ ਸਿਕਰਾਪ ਦੇ ਖੇਤ ਵਿੱਚੋਂ ਇੱਕ ਸਲੀਬ ਇੱਕ ਜ਼ਿਮੀਂਦਾਰ ਨੂੰ ਮਿਲੀ ਜੋ ਉਸਨੇ ਸ਼੍ਰੀਮਤੀ ਸੀ ਕਿੰਗ ਨੂੰ ਦੇ ਦਿੱਤੀ ਅਤੇ ਉਸਨੇ ਕਲੀਸਿਆਈ ਅਧਿਕਾਰੀਆਂ ਨੂੰ ਦੇ ਦਿੱਤੀ ਜੋ ਇਸ ਸਮੇਂ ਲਾਹੌਰ ਕੈਥੀਡਰਲ ਵਿਖੇ ਸੁਰੱਖਿਅਤ ਹੈ। ਇਹ ਸਲੀਬ ਟੈਕਸਲਾ ਕ੍ਰਾਸ ਦੇ ਨਾਂ ਨਾਲ ਜਾਣੀ ਜਾਂਦੀ ਹੈ। ਇਹ ਦੋਵੇਂ ਤੱਥ ਬੜੀ ਹੀ ਮਜ਼ਬੂਤੀ ਦੇ ਨਾਲ ਆਰੰਭਿਕ ਸਮੇਂ ਤੋਂ ਹੀ ਪੰਜਾਬ ਦੀ ਪਾਵਨ ਧਰਤੀ ਦੇ ਉੱਤੇ ਮਸੀਹਤ ਦੇ ਪਹੁੰਚਣ ਨੂੰ ਬਿਆਨ ਕਰਦੇ ਹਨ ਅਤੇ ਇਸੇ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪਹਿਲੀ ਸਦੀ ਦੇ ਵਿੱਚ ਹੀ ਪੰਜਾਬ ਦੀ ਸਥਾਨਿਕ ਕਲੀਸਿਆ ਬਣ ਚੁੱਕੀ ਸੀ। ਪਰ ਇਸੇ ਸਮੇਂ ਦੌਰਾਨ ਸੰਤ ਥੋਮਸ ਨੂੰ ਇੱਕ ਬਹੁਤ ਹੀ ਦੁੱਖ ਭਰੀ ਖਬਰ ਮਿਲੀ ਕਿ ਮਾਂ ਅਰਥਾਤ ਪ੍ਰਭੂ ਯਿਸੂ ਦੀ ਮਾਂ ਮਰੀਅਮ ਸਖਤ ਬਿਮਾਰ ਹੈ ਅਤੇ ਸੰਤ ਥੋਮਸ ਮਾਂ ਦੇ ਅੰਤਿਮ ਦਰਸ਼ਨ ਕਰਨ ਵਾਸਤੇ ਵਾਪਸ ਚਲੇ ਗਏ। ਪਰ ਉਹਨਾਂ ਦੇ ਵਾਪਸ ਜਾਣ ਤੋਂ ਬਾਅਦ ਵੀ ਉਹਨਾਂ ਦੇ ਦੁਆਰਾ ਹੀ ਬੀਜਿਆ ਗਿਆ ਮਸੀਹਤ ਦਾ ਬੀਜ ਫਲ ਲਿਆਉਂਦਾ ਰਿਹਾ ਅਤੇ ਪ੍ਰਭੂ ਯਿਸੂ ਨੂੰ ਮੁਕਤੀਦਾਤਾ ਮੰਨਣ ਵਾਲੀ ਪਹਿਲੀ ਰਸੂਲੀ ਕਲੀਸਿਆ ਤਿਆਰ ਹੋ ਗਈ। ਪੰਜਾਬ ਨੂੰ ਆਪਣੀ ਰਸੂਲੀ ਸ਼ੁਰੂਆਤ ਹੋਣ ਦਾ ਮਾਣ ਹੈ। ਸ਼ੁਰੂਆਤੀ ਈਸਾਈ ਇਤਿਹਾਸਕਾਰ ਯੂਸੇਬੀਅਸ ਅਨੁਸਾਰ ਤੀਸਰੀ ਸਦੀ ਦੇ ਵਿੱਚ ਈਸਾਈ ਸਮਾਜ ਉੱਤਰੀ ਚਿਲਾਸ ਦੇ ਇੱਕ ਇਲਾਕੇ ਦੇ ਵਿੱਚ ਮੌਜੂਦ ਸੀ। ਉਸ ਸਮੇਂ ਦਾ ਰਾਜਾ ਸ਼ਾਪੁਰ ਦੂਜਾ ਜੋ ਕਿ ਜ਼ੋਰਾਸਟਰੀਅਨ ਮਤ ਨੂੰ ਮੰਨਦਾ ਸੀ ਉਸਨੇ ਈਸਾਈਆਂ ਉੱਤੇ ਅਤਿਆਚਾਰ ਕੀਤੇ ਜੋ ਕਿ ਪਾਰਸੀ ਈਸਾਈਆਂ ਦਾ ਉੱਥੋਂ ਪ੍ਰਵਾਸ ਅਤੇ ਪੰਜਾਬ ਦੇ ਵਿੱਚ ਪ੍ਰਵੇਸ਼ ਕਰਨ ਦਾ ਕਾਰਨ ਬਣਿਆ। ਪਰ ਬਦਕਿਸਮਤੀ ਦੇ ਨਾਲ 1200 ਈਸਵੀ ਦੇ ਅੰਤ ਤੱਕ ਪੰਜਾਬ ਦੇ ਵਿੱਚ ਈਸਾਈ ਮਤ ਦਾ ਪਤਨ ਹੋ ਚੁੱਕਿਆ ਸੀ ਜਦੋਂ ਮਹਿਮੂਦ ਗਜ਼ਨੀ ਨੇ ਜਬਰਨ ਈਸਾਈਆਂ ਨੂੰ ਇਸਲਾਮ ਕਬੂਲ ਕਰਨ ਦੇ ਲਈ ਮਜਬੂਰ ਕੀਤਾ। ਦੂਜੀ ਵਾਰ ਪੰਜਾਬ ਦੀ ਕਲੀਸਿਆ ਦੇ ਭਾਗ ਉਦੋਂ ਖੁੱਲੇ ਜਦੋਂ ਸਮਰਾਟ ਅਕਬਰ ਨੇ ਚਰਚ ਦੇ ਅਧਿਕਾਰੀਆਂ ਨੂੰ ਇਹ ਪੱਤਰ ਭੇਜਿਆ ਕਿ ਮੇਰੇ ਕੋਲ 2 ਵਿਦਵਾਨ ਫਾਦਰ ਭੇਜੇ ਜਾਣ ਜੋ ਆਪਣੇ ਨਾਲ ਪਵਿੱਤਰ ਬਾਈਬਲ ਅਤੇ ਵਿਵਸਥਾ ਦੀ ਪੁਸਤਕ ਲੈ ਕੇ ਆਉਣ। ਮੈਂ ਵਿਵਸਥਾ ਨੂੰ ਪੜ੍ਹਨਾ ਅਤੇ ਸਿੱਖਣਾ ਚਾਹੁੰਦਾ ਹਾਂ ਅਤੇ ਉਹ ਵੀ ਜੋ ਉਹਨਾਂ ਕਿਤਾਬਾਂ ਦੇ ਵਿੱਚ ਸਰਵਸ਼੍ਰੇਸ਼ਟ ਅਤੇ ਸੱਚ ਹੈ। ਇਸ ਤਰ੍ਹਾਂ 3 ਜੈਸੂਇਟ ਮਿਸ਼ਨਰੀ ਫਾਦਰ ਰੂਡੋਲਫ ਅਕਵਾਵਿਦਾ, ਫਾਦਰ ਫ੍ਰਾਂਸਿਸ ਹੈਨਰਿਕ ਵੀਸ ਅਤੇ ਫਾਦਰ ਐਂਥਨੀ ਮਾਨਸਨੇਟ 1580 ਈਸਵੀ ਵਿੱਚ ਫਤਿਹਪੁਰ ਸੀਕਰੀ ਅਕਬਰ ਦੇ ਦਰਬਾਰ ਵਿੱਚ ਭੇਜੇ ਗਏ। ਉਹਨਾਂ ਦਿਲ ਖੋਲ ਕੇ ਕੈਥੋਲਿਕ ਕਲੀਸਿਆ ਦੇ ਈਮਾਨ ਦੀਆਂ ਸੱਚਾਈਆਂ ਬਾਰੇ ਅਕਬਰ ਨੂੰ ਦੱਸਿਆ। ਅਕਬਰ ਉਹਨਾਂ ਦੀ ਮਿਹਨਤ, ਲਗਨ, ਬੁੱਧ ਅਤੇ ਸੱਚਾਈ ਨੂੰ ਦੇਖ ਕੇ ਬਹੁਤ ਪ੍ਰਸੰਨ ਹੋਇਆ ਅਤੇ ਉਸ ਨੇ ਲਿਖਤ ਵਿੱਚ ਇਹ ਐਲਾਨ ਕਰ ਦਿੱਤਾ ਕਿ ਉਸ ਦੀ ਪ੍ਰਜਾ ਦਾ ਹਰ ਵਿਅਕਤੀ ਚਾਹੇ ਉਹ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ ਉਹ ਈਸਾਈ ਧਰਮ ਨੂੰ ਅਪਣਾ ਸਕਦਾ ਹੈ। ਬਸ ਫਿਰ ਕੀ ਸੀ, ਵੇਖਦਿਆਂ ਹੀ ਵੇਖਦਿਆਂ ਇਹਨਾਂ ਮਿਸ਼ਨਰੀਆਂ ਨੇ ਪ੍ਰਭੂ ਦੇ ਪ੍ਰਚਾਰ ਨੂੰ ਅਕਬਰ ਦੇ ਦਰਬਾਰ ਦੇ ਚਾਰੇ ਪਾਸੇ ਫੈਲਾ ਦਿੱਤਾ। ਖਾਸ ਕਰ ਲਾਹੌਰ ਦੇ ਵਿੱਚ ਇਹਨਾਂ ਤਿੰਨਾਂ ਮਿਸ਼ਨਰੀਆਂ ਦੇ ਪ੍ਰਤੀ ਪਿਆਰ ਅਤੇ ਆਦਰ ਮਾਣ ਦੇਖ ਕੇ
ਸੰਤ ਪਾਪਾ ਕਲੈਮੈਂਟ 8ਵੇਂ ਨੇ 1592 ਈਸਵੀ ਵਿੱਚ ਸਮਰਾਟ ਅਕਬਰ ਨੂੰ ਇਹ ਪੱਤਰ ਲਿਖਿਆ। ਅਸੀਂ ਕਈ ਕਾਰਨਾਂ ਸਦਕਾ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਖੁਦਾ ਕੋਲੋਂ ਤੁਹਾਡੇ ਲਈ ਹਮੇਸ਼ਾ ਦੀ ਖੁਸ਼ੀ ਦਾ ਵਰਦਾਨ ਮੰਗਦੇ ਹਾਂ। ਅਜਿਹਾ ਕਿ ਤੁਹਾਡੇ ਵਿੱਚ ਚੰਗਿਆਈ, ਇਨਸਾਨੀਅਤ, ਦਇਆ ਅਤੇ ਹਮਦਰਦੀ, ਖਾਸ ਕਰ ਸਾਡੇ ਮਿਸ਼ਨਰੀ ਫਾਦਰਾਂ ਪ੍ਰਤੀ ਤੁਹਾਡਾ ਸਦਭਾਵਨਾ ਭਰਿਆ ਰਵੱਈਆ, ਪਿਆਰ ਅਤੇ ਸਤਿਕਾਰ ਅਥਾਹ ਹੈ। ਸਾਨੂੰ ਇਸ ਗੱਲ ਦਾ ਵੀ ਬੜਾ ਮਾਣ ਹੈ ਕਿ ਤੁਸੀਂ ਈਸਾਈ ਧਰਮ ਦੀਆਂ ਦਸੀਆਂ ਸੱਚਾਈਆਂ ਨੂੰ ਮੰਨਣ ਤੋਂ ਇਨਕਾਰ ਨਹੀਂ ਕਰ ਰਹੇ ਹੋ, ਸਗੋਂ ਉਹਨਾਂ ਨੂੰ ਗੌਰ ਨਾਲ ਸੁਣਦੇ ਹੋ। ਭਾਵੇਂ ਤੁਸੀਂ ਸਾਤੋਂ ਕੋਸੋਂ ਦੂਰ ਹੋ, ਫਿਰ ਵੀ ਸਮੁੰਦਰੋਂ ਪਾਰ ਸਾਡੀ ਇਹ ਚਿੱਠੀ ਤੁਹਾਡੇ ਪ੍ਰਤੀ ਸਾਡੇ ਪਿਆਰ ਦੀ ਗਵਾਹ ਬਣੀ ਰਹੇਗੀ। ਅਕਬਰ ਅਤੇ ਉਸ ਦੇ ਉੱਤਰਾਧਿਕਾਰੀ ਜਹਾਂਗੀਰ ਦੀ ਸ਼ਾਹੀ ਸਰਪ੍ਰਸਤੀ ਨੇ ਇਹਨਾਂ ਮਿਸ਼ਨਰੀਆਂ ਨੂੰ ਗਿਰਜਾਘਰ ਅਤੇ ਵਿਸ਼ਵਾਸ ਸਮੂਹ ਦੀ ਸਥਾਪਨਾ ਕਰਨ ਵਿੱਚ ਕਾਫੀ ਸਹਾਇਤਾ ਕੀਤੀ। 1595 ਈਸਵੀ ਦੇ ਵਿੱਚ ਮਿਸ਼ਨਰੀ ਲਾਰਡ ਦੀ ਚੰਗਿਆੜੀ ਦੁਬਾਰਾ ਉਦੋਂ ਜ਼ਿੰਦਾ ਹੋਈ ਜਦੋਂ ਫਾਦਰ ਜੇਰੋਮ ਜ਼ੇਵੀਅਰ, ਜੋ ਕਿ ਸੰਤ ਫ੍ਰਾਂਸਿਸ ਜ਼ੇਵੀਅਰ ਦਾ ਭਤੀਜਾ ਸੀ, ਆਪਣੇ ਨਾਲ ਕੁਝ ਜੈਜ਼ੂਟ ਪੁਰੋਹਿਤਾਂ ਨੂੰ ਲੈ ਕੇ ਲਾਹੌਰ ਆਇਆ। ਉਹਨਾਂ ਵਿੱਚੋਂ ਹੀ ਸਨ ਫਾਦਰ ਇਮੈਨੂਅਲ ਪਿਨਹੈਰੀਰੋ ਅਤੇ ਬ੍ਰਦਰ ਬੈਨੇਡਿਕਟ ਡੀ ਗੋਜ਼। ਉਹਨਾਂ ਨੇ ਅਕਬਰ ਅਤੇ ਜਹਾਂਗੀਰ ਦੀ ਸ਼ਾਹੀ ਸਰਪ੍ਰਸਤੀ ਦਾ ਭਰਪੂਰ ਫਾਇਦਾ ਉਠਾਇਆ ਅਤੇ ਫਿਰ ਲਾਹੌਰ ਅਤੇ ਆਗਰਾ ਦੇ ਵਿੱਚ ਗਿਰਜਾਘਰ ਵੀ ਬਣਾਏ ਗਏ। ਇਹਨਾਂ ਮਿਸ਼ਨਰੀਆਂ ਦੇ ਸਮੇਂ 1598 ਦੇ ਵਿੱਚ ਅਕਬਰ ਦਾ ਗਿਰਜਾਘਰ ਬਣਾਇਆ ਗਿਆ, ਜੋ ਕਿ 1848 ਈਸਵੀ ਤੱਕ ਆਗਰਾ ਦਾ ਕੈਥੀਡਰਲ ਗਿਰਜਾਘਰ ਵੀ ਰਿਹਾ। ਪਰ 1650 ਈਸਵੀ ਦੇ ਵਿੱਚ ਸਮਰਾਟ ਸ਼ਾਹਜਹਾਂ ਨੇ ਆਪਣੇ ਪੁਰਖਿਆਂ ਦੀ ਇਸ ਸ਼ਾਹੀ ਸਰਪ੍ਰਸਤੀ ਨੂੰ ਖਤਮ ਕਰ ਦਿੱਤਾ। ਨਤੀਜੇ ਵਜੋਂ ਗਿਰਜਾਘਰ ਨਸ਼ਟ ਕਰ ਦਿੱਤੇ ਗਏ ਅਤੇ ਮਿਸ਼ਨਰੀਆਂ ਨੂੰ ਵਾਪਸ ਭੇਜ ਦਿੱਤਾ ਗਿਆ। 1703 ਈਸਵੀ ਦੇ ਵਿੱਚ ਪੰਜਾਬ ਹਿੰਦੁਸਤਾਨ ਤਿੱਬਤ ਮਿਸ਼ਨ ਦਾ ਹਿੱਸਾ ਸੀ, ਜੋ ਕਿ ਜੈਜ਼ੂਟ ਪੁਰੋਹਿਤਾਂ ਨੂੰ ਸੌਂਪਿਆ ਗਿਆ ਸੀ। 1806 ਵਿੱਚ ਅੰਮ੍ਰਿਤਸਰ ਦੀ ਐਂਗਲੋ ਸਿੱਖ ਸੰਧੀ ਨੇ ਬ੍ਰਿਟਿਸ਼ ਨੂੰ ਸਤਲੁਜ ਦਰਿਆ ਤੱਕ ਪਹੁੰਚਣ ਦੇ ਯੋਗ ਬਣਾਇਆ। 1820 ਈਸਵੀ ਦੇ ਵਿੱਚ ਜਦੋਂ ਆਗਰਾ ਵਿਕਾਰੀਏਟ ਦੀ ਸਥਾਪਨਾ ਹੋਈ ਸੀ, ਉਦੋਂ ਪੰਜਾਬ ਇਸ ਦਾ ਹਿੱਸਾ ਬਣ ਗਿਆ ਸੀ ਅਤੇ ਮੌਨਸੀਨੀਅਰ ਮਾਰੀਆ ਸੈਨੋਬੀਓ ਬੈਨੋਕੀ OFM ਕੈਪ ਨੂੰ ਉੱਥੋਂ ਦਾ ਵਿਕਰ ਅਪੋਸਟੋਲਿਕ ਨਿਯੁਕਤ ਕੀਤਾ ਗਿਆ। ਈਸਾਈ ਮਿਸ਼ਨ ਦਾ ਦੂਸਰਾ ਇਤਿਹਾਸਿਕ ਵੇਰਵਾ 1845 ਤੋਂ 1846 ਦੀ ਲੜਾਈ ਦੇ ਸਮੇਂ ਵੱਲ ਇਸ਼ਾਰਾ ਕਰਦਾ ਹੈ, ਜਦੋਂ ਫਰਾਂਸ ਤੋਂ ਕੈਪੂਚਨ ਮਿਸ਼ਨਰੀ ਪੰਜਾਬ ਆਏ। ਉਹਨਾਂ ਵਿੱਚੋਂ ਇੱਕ ਸੀ ਫਾਦਰ ਫ੍ਰਾਂਸਿਸ ਡੇ ਸੰਤ ਏਟੀਨ। ਉਸਨੇ ਫਰੀਦਕੋਟ ਦੇ ਨੇੜੇ ਪਿੰਡ ਮੁਦਕੀ ਵਿਖੇ ਉਸ ਸਮੇਂ ਸ਼ਹੀਦੀ ਹਾਸਲ ਕੀਤੀ ਜਦ ਉਹ ਲੜਾਈ ਦੇ ਮੈਦਾਨ ਵਿੱਚ ਮਰ ਰਹੇ ਸਿਪਾਹੀ ਦਾ ਇਤਰਾਫ ਸੁਣ ਰਿਹਾ ਸੀ। ਉੱਥੇ ਹੀ ਲੜਾਈ ਦੇ ਮੈਦਾਨ ਵਿੱਚ ਉਸ ਨੂੰ ਦਫਨ ਕਰ ਦਿੱਤਾ ਗਿਆ। ਉਸ ਸਮੇਂ ਸਾਰੀਆਂ ਉੱਤਰੀ ਭਾਰਤੀ ਮਿਸ਼ਨਾਂ ਦਾ ਹੈੱਡਕੁਆਰਟਰ ਆਗਰਾ ਵਿੱਚ ਸੀ। 1846 ਈਸਵੀ ਦੇ ਵਿੱਚ ਮਿਸ਼ਨਰੀਆਂ ਦੀ ਜਲੰਧਰ ਆਉਣ ਦੀ ਤਿਆਰੀ ਸ਼ੁਰੂ ਹੋ ਗਈ ਸੀ। ਇਸੇ ਸਾਲ ਦੇ ਵਿੱਚ ਯਾਨੀ ਕਿ 1846 ਈਸਵੀ ਦੇ ਵਿੱਚ ਹੀ ਫਿਰੋਜ਼ਪੁਰ ਸਟੇਸ਼ਨ ਵੀ ਸਥਾਪਿਤ ਕੀਤਾ ਗਿਆ ਸੀ ਅਤੇ 1848 ਈਸਵੀ ਦੇ ਵਿੱਚ ਫਾਦਰ ਕੈਫਰਲ OFM ਕੈਪ ਨੇ ਫਿਰੋਜ਼ਪੁਰ ਵਿਖੇ ਇੱਕ ਛੋਟਾ ਚੈਪਲ ਅਤੇ ਇੱਕ ਪੁਰੋਹਿਤ ਘਰ ਬਣਾ ਦਿੱਤਾ ਸੀ। ਪਰ ਉਸ ਤੋਂ ਵੀ ਪਹਿਲਾਂ 1847 ਈਸਵੀ ਦੇ ਵਿੱਚ ਫਾਦਰ ਮੈਕਡੋਨਾਲਡ ਨੇ ਜਲੰਧਰ ਛਾਉਣੀ ਵਿਖੇ ਇੱਕ ਗਿਰਜਾ ਘਰ, ਜੋ ਕਿ ਸੇਂਟ ਪੈਟ੍ਰਿਕ ਨੂੰ ਸਮਰਪਿਤ ਸੀ, ਅਤੇ ਇੱਕ ਪੁਰੋਹਿਤ ਘਰ ਬਣਾ ਦਿੱਤਾ ਸੀ। 1855 ਈਸਵੀ ਵਿੱਚ ਫਾਦਰ ਮਾਈਕਲ ਐਂਜਲੋ ਜੈਕੋਪੀ ਨੂੰ ਪੰਜਾਬ ਦਾ ਪ੍ਰੋ ਵਿਕਾਰ ਨਿਯੁਕਤ ਕੀਤਾ ਗਿਆ। 1857 ਦੇ ਸਿਪਾਹੀ ਵਿਦਰੋਹ ਦੇ ਸਮੇਂ ਫਿਰੋਜ਼ਪੁਰ ਦਾ ਚੈਪਲ ਅਤੇ ਪੁਰੋਹਿਤ ਘਰ ਅੱਗ ਨਾਲ ਨਾਸ਼ ਹੋ ਗਏ ਸਨ। ਉਸ ਤੋਂ ਕੁਝ ਸਮੇਂ ਬਾਅਦ 1860 ਈਸਵੀ ਦੇ ਵਿੱਚ ਅੰਮ੍ਰਿਤਸਰ ਵਿਖੇ ਇੱਕ ਮਿਸ਼ਨ ਸਟੇਸ਼ਨ ਬਣਾਇਆ ਗਿਆ ਅਤੇ 1863 ਦੇ ਵਿੱਚ ਉੱਥੇ ਸੰਤ ਫ੍ਰਾਂਸਿਸ ਗਿਰਜਾ ਘਰ ਵੀ ਬਣਾਇਆ ਗਿਆ। ਇਸ ਤੋਂ ਕੁਝ ਸਾਲਾਂ ਬਾਅਦ 1869 ਵਿੱਚ ਫਾਦਰ ਬੋਨਾਵੈਂਚਰ ਰਗੂਸਾ ਨੇ ਡਲਹੌਜ਼ੀ ਵਿਖੇ ਇੱਕ ਮਿਸ਼ਨ ਸਟੇਸ਼ਨ ਦੀ ਸ਼ੁਰੂਆਤ ਕੀਤੀ। ਲਗਭਗ 14 ਸਾਲ ਪੰਜਾਬ ਦੇ ਮਿਸ਼ਨ ਦੀ ਅਗਵਾਈ ਕਰਨ ਤੋਂ ਬਾਅਦ ਫਾਦਰ ਮਾਈਕਲ ਐਂਜਲੋ ਜੈਕੋਪੀ ਨੂੰ ਤਰੱਕੀ ਦਿੱਤੀ ਗਈ ਅਤੇ 1869 ਵਿੱਚ ਹੀ ਉਹਨਾਂ ਨੂੰ ਆਗਰਾ ਦੇ ਵਿਕਰ ਅਪੋਸਟਲਿਕ ਵਜੋਂ ਤਬਦੀਲ ਕੀਤਾ ਗਿਆ। The Sacred Congregation of the Propaganda Fide ਨੇ ਪੰਜਾਬ, ਕਾਫਰਿਸਤਾਨ ਅਤੇ ਕਸ਼ਮੀਰ ਦੇ ਸੂਬਿਆਂ ਵਾਲੇ ਪੰਜਾਬ ਦੇ ਵਿਕਾਰੀਏਟ ਅਪੋਸਟੋਲਿਕ ਗਠਨ ਦੀ ਘੋਸ਼ਣਾ ਕੀਤੀ। ਪੰਜਾਬ ਦੇ ਮਿਸ਼ਨ ਇਲਾਕੇ ਨੂੰ ਆਗਰੇ ਤੋਂ ਵੱਖ ਕਰਕੇ 18 ਸਤੰਬਰ 1880 ਵਿੱਚ ਅਪੋਸਟੋਲਿਕ ਵਿਕਾਰੀਏਟ ਬਣਾ ਦਿੱਤਾ ਗਿਆ ਅਤੇ ਉਸ ਦਾ ਹੈੱਡਕੁਆਰਟਰ ਲਾਹੌਰ ਵਿੱਚ ਰੱਖਿਆ ਗਿਆ। ਇਸ ਨਵੇਂ ਮਿਸ਼ਨ ਇਲਾਕੇ ਵਿੱਚ ਉਸ ਸਮੇਂ ਦਾ ਪੰਜਾਬ ਅਤੇ ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਖੇਤਰ ਸ਼ਾਮਲ ਸਨ। ਸਤਿਕਾਰਯੋਗ ਪੌਲ ਟੋਸੀ ਨੂੰ ਉਸ ਇਲਾਕੇ ਦਾ ਪਹਿਲਾ ਵਿਕਰ ਅਪੋਸਟੋਲਿਕ ਨਿਯੁਕਤ ਕੀਤਾ ਗਿਆ।
ਫਿਰ 1 ਸਤੰਬਰ 1886 ਈਸਵੀ ਵਿੱਚ ਉਸ ਸਮੇਂ ਦੇ ਪੋਪ ਸਾਹਿਬ ਨੇ ਇਸ ਅਪੋਸਟੋਲਿਕ ਵਿਕਾਰੀਏਟ ਨੂੰ ਡਾਇਓਸਿਸ ਦਾ ਦਰਜਾ ਦੇ ਦਿੱਤਾ। 6 ਸਾਲਾਂ ਬਾਅਦ ਪੰਜਾਬ ਦਾ ਵਿਕਾਰੀਏਟ ਅਪੋਸਟੋਲਿਕ ਲਾਹੌਰ ਦੀ ਡਾਇਓਸਿਸ ਬਣ ਕੇ ਉਭਰਿਆ। ਇਸ ਸਮੇਂ ਦੇ ਦੌਰਾਨ ਪੂਰੀ ਡਾਇਓਸਿਸ ਨੂੰ 9 ਮੁੱਖ ਸਟੇਸ਼ਨਾਂ ਦੇ ਵੱਲੋਂ ਸੇਵਾ ਦਿੱਤੀ ਗਈ, ਜਿਨ੍ਹਾਂ ਦੇ ਨਾਮ ਸਨ ਜਲੰਧਰ, ਅੰਮ੍ਰਿਤਸਰ, ਡਲਹੌਜ਼ੀ, ਧਾਰੀਵਾਲ, ਫਿਰੋਜ਼ਪੁਰ, ਮੁਕਤਸਰ, ਲੁਧਿਆਣਾ, ਪਠਾਨਕੋਟ ਅਤੇ ਯੋਲ ਕੈਂਪ। ਇਹਨਾਂ ਮੁੱਖ ਸ਼ਹਿਰਾਂ ਦੇ ਵਿੱਚ ਬਣੇ ਇਹ ਗਿਰਜਾਘਰ ਈਸਾਈ ਕਲਾ ਦੇ ਵਿਲੱਖਣ ਪ੍ਰਗਟਾਵੇ ਅਤੇ ਈਸਾਈ ਮੌਜੂਦਗੀ ਦੇ ਚਿੰਨ੍ਹ ਸੰਕੇਤ ਬਣ ਗਏ। ਵਫਜ਼ਿਸ ਦੇ ਫਾਦਰ ਮਰਕੁਸ ਨੂੰ ਇੱਥੋਂ ਦਾ ਅਪੋਸਟੋਲਿਕ ਐਡਮਿਨਿਸਟ੍ਰੇਟਰ ਨਿਯੁਕਤ ਕੀਤਾ ਗਿਆ। ਇਸ ਸਮੇਂ ਦੌਰਾਨ ਫਿਰੋਜ਼ਪੁਰ ਦਾ ਗਿਰਜਾਘਰ ਜੋ ਮੁੜ ਉਸਾਰਿਆ ਗਿਆ ਸੀ, ਉਸ ਨੂੰ 1890 ਈਸਵੀ ਦੇ ਵਿੱਚ ਬਿਸ਼ਪ ਸਿੰਫੋਰੀਅਨ ਮੋਆਰਡ ਨੇ ਬਰਕਤ ਦਿੱਤੀ ਸੀ, ਪਰ ਉਹਨਾਂ ਦਾ ਬਿਸ਼ਪ ਹੋਣ ਦਾ ਸਮਾਂ ਸਿਰਫ 1 ਸਾਲ ਤੱਕ ਹੀ ਰਿਹਾ ਅਤੇ 14 ਜੁਲਾਈ 1890 ਵਿੱਚ ਉਹ ਸਵਰਗਵਾਸ ਹੋ ਗਏ ਸਨ। ਉਹਨਾਂ ਤੋਂ ਬਾਅਦ ਮੌਨਸੀਨੀਅਰ ਇਮਾਨੂਏਲ ਵੈਨ ਡੀ ਬੋਸਟ ਨੂੰ 21 ਨਵੰਬਰ 1890 ਈਸਵੀ ਦੇ ਵਿੱਚ ਨਵਾਂ ਬਿਸ਼ਪ ਨਿਯੁਕਤ ਕੀਤਾ ਗਿਆ। ਡਾਇਓਸਿਸ ਵਿੱਚ ਉਹਨਾਂ ਦੇ ਬਿਸ਼ਪ ਪਦ ਦੇ 4 ਸਾਲ ਬਹੁਤ ਹੀ ਪ੍ਰਸ਼ੰਸਾਯੋਗ ਸਨ ਅਤੇ ਉਹਨਾਂ ਤੋਂ ਬਾਅਦ ਮੌਨਸੀਨੀਅਰ ਗੌਡਫ੍ਰੇ ਪੈਲਿਕਮੈਨਸ ਨੂੰ 2 ਜੂਨ 1893 ਦੇ ਵਿੱਚ ਲਾਹੌਰ ਦਾ ਨਵਾਂ ਬਿਸ਼ਪ ਨਿਯੁਕਤ ਕੀਤਾ ਗਿਆ। ਪੰਜਾਬ ਵਿੱਚ ਵਿਸ਼ਵਾਸ ਦੀ ਫਸਲ ਦੀ ਵਾਢੀ ਦੇ ਲਈ ਮਜ਼ਦੂਰਾਂ ਨੂੰ ਸਿੱਖਿਆ ਦੇਣ ਦਾ ਕੰਮ ਸ਼ੁਰੂ ਤੋਂ ਹੀ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਸੀ ਅਤੇ ਇਹ ਇਸ ਤੋਂ ਸਪਸ਼ਟ ਹੁੰਦਾ ਹੈ ਜਦੋਂ 5 ਅਕਤੂਬਰ 1890 ਵਿੱਚ ਡਲਹੌਜ਼ੀ ਵਿਖੇ ਇੱਕ ਧਰਮ ਸ਼ਾਸਤਰ, ਜਿਸ ਨੂੰ ਥਿਓਲੋਜੀਕਲ ਸੈਮੀਨਰੀ ਵੀ ਕਿਹਾ ਜਾਂਦਾ ਹੈ, ਦੀ ਸਥਾਪਨਾ ਕੀਤੀ ਗਈ ਸੀ। ਸਭ ਤੋਂ ਪਹਿਲਾਂ 2 ਬੈਲਜੀਅਨ ਕੈਪੂਚਨ ਬ੍ਰਦਰਸ ਨੇ ਇਸ ਸੈਮੀਨਰੀ ਦੇ ਵਿੱਚ ਆਪਣੀ ਧਰਮ ਸ਼ਾਸਤਰ ਦੀ ਪੜ੍ਹਾਈ ਨੂੰ ਪੂਰਾ ਕੀਤਾ ਸੀ ਅਤੇ ਬਾਅਦ ਵਿੱਚ ਉਹਨਾਂ ਨੂੰ ਪੰਜਾਬ ਮਿਸ਼ਨ ਦੇ ਲਈ ਨਿਯੁਕਤ ਕੀਤਾ ਸੀ। ਇਸ ਤੋਂ ਕਾਫੀ ਸਾਲਾਂ ਬਾਅਦ 1922 ਵਿਖੇ ਪੰਜਾਬ ਦੇ 4 ਨੌਜਵਾਨਾਂ ਨੇ ਸਰਦਨਾ ਵਿਖੇ ਨਵੇਂ ਬਣੇ ਨੋਵਿਸ਼ੇਟ ਦੇ ਵਿੱਚ ਦਾਖਲਾ ਲਿਆ ਸੀ, ਜੋ ਕਿ ਪੰਜਾਬ ਦੇ ਲਈ ਇੱਕ ਬਹੁਤ ਹੀ ਮਾਣ ਵਾਲੀ ਗੱਲ ਸੀ, ਕਿਉਂਕਿ ਇਹੀ ਉਹ ਸਮਾਂ ਸੀ ਜਦੋਂ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਵੀ ਪੁਰੋਹਿਤ ਬਣਨ ਦਾ ਉਤਸ਼ਾਹ ਪੈਦਾ ਹੋਇਆ ਸੀ। 1894 ਦੇ ਵਿੱਚ ਬੈਲਜੀਅਨ ਬ੍ਰਦਰਸ ਨੂੰ ਪੰਜਾਬ ਮਿਸ਼ਨ ਦੇ ਲਈ ਨਿਯੁਕਤ ਕਰਨ ਤੋਂ ਬਾਅਦ 1897 ਦੇ ਵਿੱਚ ਡਲਹੌਜ਼ੀ ਵਿਖੇ ਸੇਕਰਡ ਹਾਰਟ ਸਕੂਲ ਖੋਲ੍ਹਿਆ ਗਿਆ, ਜਿਸ ਦੀ ਜ਼ਿੰਮੇਵਾਰੀ ਜੀਸਸ ਐਂਡ ਮੈਰੀ ਸਿਸਟਰਸ ਨੂੰ ਸੌਂਪੀ ਗਈ ਸੀ, ਪਰ ਉਹ ਸਿਸਟਰਾਂ ਮਿਸ਼ਨ ਛੱਡ ਗਈਆਂ ਸੀ ਅਤੇ ਬੈਲਜੀਅਮ ਤੋਂ ਆਈਆਂ SCGM ਸਿਸਟਰਾਂ ਨੇ ਉਸੇ ਸਾਲ ਉਸ ਸਕੂਲ ਦੀ ਜ਼ਿੰਮੇਵਾਰੀ ਨੂੰ ਲੈ ਲਿਆ ਸੀ। ਇਸ ਤੋਂ 7 ਸਾਲ ਬਾਅਦ ਬਿਸ਼ਪ ਪੈਲਿਕਮੈਨਸ ਨੇ 1902 ਦੇ ਵਿੱਚ ਲਾਹੌਰ ਦੇ ਵਿੱਚ ਇੱਕ ਨਵੇਂ ਗਿਰਜਾਘਰ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਸੀ, ਪਰ 2 ਸਾਲ ਦੇ ਬਾਅਦ ਹੀ 3 ਅਗਸਤ 1904 ਦੇ ਵਿੱਚ ਉਹ ਸਵਰਗਵਾਸ ਹੋ ਗਏ ਸਨ ਅਤੇ ਉਹਨਾਂ ਦੇ ਅਵਸ਼ੇਸ਼ ਲਾਹੌਰ ਲੈ ਜਾਏ ਗਏ ਸਨ। ਇਸ ਸਾਲ ਦੇ ਦੌਰਾਨ ਹੀ ਮੌਨਸੀਨੀਅਰ ਫੈਬਲਨ ਈਸਟਰਮੈਨਸ ਨੂੰ ਲਾਹੌਰ ਦਾ ਨਵਾਂ ਬਿਸ਼ਪ ਨਿਯੁਕਤ ਕੀਤਾ ਗਿਆ ਅਤੇ ਉਹਨਾਂ ਤੋਂ ਬਾਅਦ 28 ਅਕਤੂਬਰ 1928 ਦੇ ਵਿੱਚ ਮੌਨਸੀਨੀਅਰ ਹੈਕਟਰ ਕੈਟਰੀ ਨੂੰ ਲਾਹੌਰ ਦਾ ਨਵਾਂ ਬਿਸ਼ਪ ਨਿਯੁਕਤ ਕੀਤਾ ਗਿਆ। ਸਨ 1935 ਦੇ ਵਿੱਚ ਮੂਲ ਨਿਵਾਸੀਆਂ ਵਿੱਚ ਧਰਮ ਪ੍ਰਚਾਰ ਦਾ ਕੰਮ ਸਿਰਫ ਪੁਰੋਹਿਤਾਂ ਤੱਕ ਹੀ ਸੀਮਿਤ ਸੀ ਅਤੇ ਉਸ ਤੋਂ 3 ਸਾਲ ਬਾਅਦ 1939 ਦੇ ਵਿੱਚ ਦੂਜਾ ਵਿਸ਼ਵ ਯੁੱਧ ਸ਼ੁਰੂ ਹੋਇਆ, ਜੋ ਕਿ 1945 ਤੱਕ ਚੱਲਿਆ। ਇਹ ਸਮਾਂ ਸੀ ਚਿੰਤਾ, ਮੁਸ਼ਕਲਾਂ ਅਤੇ ਧਾਰਮਿਕ ਦੰਗਿਆਂ ਦਾ। ਇਨ੍ਹਾਂ ਕਮਜ਼ੋਰ ਹਾਲਾਤਾਂ ਨੂੰ ਦੇਖਦੇ ਹੋਏ ਬਿਸ਼ਪ ਹੈਕਟਰ ਕੈਟਰੀ ਨੇ ਆਪਣੇ ਬਿਸ਼ਪ ਦੇ ਪਦ ਤੋਂ ਇਸਤੀਫਾ ਦੇ ਦਿੱਤਾ ਅਤੇ ਉਹਨਾਂ ਦੇ ਇਸਤੀਫਾ ਦੇਣ ਤੋਂ ਬਾਅਦ ਮੌਨਸੀਨੀਅਰ ਮਾਰਸ਼ਲ ਰੋਜਰ ਨੂੰ 12 ਜੂਨ 1947 ਦੇ ਵਿੱਚ ਲਾਹੌਰ ਦਾ ਨਵਾਂ ਬਿਸ਼ਪ ਨਿਯੁਕਤ ਕੀਤਾ ਗਿਆ। ਰਾਸ਼ਟਰਵਾਦ ਦੀ ਵੱਧ ਰਹੀ ਭਾਵਨਾ ਘਰੇਲੂ ਯੁੱਧਾਂ ਦਾ ਕਾਰਨ ਬਣੀ। ਇਸੇ ਦੌਰਾਨ ਭਾਰਤ-ਪਾਕਿਸਤਾਨ ਵੰਡ ਵੀ ਹੋਈ। 1947 ਦੇ ਵਿੱਚ ਭਾਰਤ ਅਤੇ ਪਾਕਿਸਤਾਨ ਵਿੱਚ ਵੰਡ ਦੀਆਂ ਯਾਦਾਂ ਬੇਹੱਦ ਦਰਦਨਾਕ ਸਨ। ਪੰਜਾਬ ਮਿਸ਼ਨ ਦੀ ਇਹ ਕਦੇ ਨਾ ਭੁੱਲਣ ਵਾਲੀ ਘਟਨਾ ਸੀ, ਜਿਸ ਨੇ ਧਰਤੀ ਹੀ ਨਹੀਂ ਬਲਕਿ ਲੋਕਾਂ ਨੂੰ ਵੀ ਵੰਡ ਕਰ ਦਿੱਤਾ ਸੀ। ਪਰਿਵਾਰ ਵੰਡ ਹੋ ਗਏ ਸਨ, ਬੱਚੇ ਅਨਾਥ ਹੋ ਗਏ ਸਨ, ਰਿਸ਼ਤੇ ਖਿੰਡ ਗਏ ਸਨ ਅਤੇ ਬਹੁਤ ਸਾਰੀਆਂ ਜ਼ਿੰਦਗੀਆਂ ਤਬਾਹ ਹੋ ਗਈਆਂ ਸਨ। ਨਤੀਜਾ ਕੀ ਨਿਕਲਿਆ? ਵੈਰ ਵਿਰੋਧ ਅਤੇ ਧਾਰਮਿਕ ਦੰਗੇ। ਭਾਰਤ ਦੀ ਆਜ਼ਾਦੀ ਅਤੇ ਭਾਰਤ-ਪਾਕਿਸਤਾਨ ਵੰਡ ਦੇ ਮਗਰੋਂ ਸਾਡੇ ਪੰਜਾਬ ਦੇ ਇਲਾਕੇ ਨੂੰ ਲਾਹੌਰ ਡਾਇਓਸਿਸ ਤੋਂ ਅਲੱਗ ਕਰਕੇ ਇੱਕ ਨਵਾਂ ਅਪੋਸਟੋਲਿਕ ਪ੍ਰੀਫੈਕਚਰ ਬਣਾ ਦਿੱਤਾ ਗਿਆ। ਇਹ ਅਪੋਸਟੋਲਿਕ ਪ੍ਰੀਫੈਕਚਰ ਆਫ ਜਲੰਧਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਬ੍ਰਿਟਿਸ਼ ਪ੍ਰੋਵਿੰਸ ਦੇ ਮੌਨਸੀਨੀਅਰ ਫ੍ਰਾਂਸਿਸ ਐਲਬਨ ਸਵਾਰਬ੍ਰਿਕ ਨੂੰ 31 ਅਕਤੂਬਰ 1952 ਦੇ ਵਿੱਚ ਜਲੰਧਰ ਦਾ ਪਹਿਲਾ ਪ੍ਰੀਫੈਕਟ ਅਪੋਸਟੋਲਿਕ ਨਿਯੁਕਤ ਕੀਤਾ ਗਿਆ ਅਤੇ ਉਹਨਾਂ ਨੂੰ 11 ਜਨਵਰੀ 1953 ਦੇ ਵਿੱਚ ਇਸ ਪਦ ਤੇ ਸਥਾਪਿਤ ਕੀਤਾ ਗਿਆ। ਉਸ ਵੇਲੇ ਈਸਾਈਆਂ ਦੀ ਗਿਣਤੀ ਕੋਈ 7000 ਦੇ ਕਰੀਬ ਸੀ। ਉਸ ਸਮੇਂ ਇਸ ਵਿਸ਼ਾਲ ਇਲਾਕੇ ਵਿੱਚ ਕੰਮ ਕਰਨ ਲਈ ਮੌਨਸੀਨੀਅਰ ਐਲਬਨ ਸਵਾਰਬ੍ਰਿਕ ਦੇ ਨਾਲ ਕੁੱਲ 7 ਕੈਪੂਚਨ ਫਾਦਰ ਹੀ ਸਨ।
ਸੀਮਿਤ ਸਰੋਤ ਹੋਣ ਦੇ ਬਾਵਜੂਦ ਵੀ ਉਹ ਮੁਕਤਸਰ, ਪਠਾਨਕੋਟ, ਯੋਲ ਕੈਂਪ, ਧਾਰੀਵਾਲ ਅਤੇ ਲੁਧਿਆਣਾ ਵਿਖੇ ਨਵੇਂ ਮਿਸ਼ਨ ਸਟੇਸ਼ਨ ਸਥਾਪਿਤ ਕਰਨ ਦੇ ਵਿੱਚ ਸਫਲ ਰਹੇ। ਆਪਣੇ 20 ਸਾਲ ਦੇ ਕਾਰਜਕਾਲ ਦੇ ਦੌਰਾਨ ਉਹਨਾਂ ਨੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਚੈਪਲ ਅਤੇ ਭਾਈਚਾਰਿਆਂ ਦੀ ਸਥਾਪਨਾ ਕੀਤੀ। ਜਲੰਧਰ ਡਾਇਓਸੀਸ ਦੀ ਰੂਹਾਨੀ ਤਰੱਕੀ ਵਾਸਤੇ ਸਮੇਂ-ਸਮੇਂ ਸਿਰ ਬਹੁਤ ਸਾਰੇ ਮਿਸ਼ਨਰੀਆਂ ਨੇ ਆਪਣਾ ਯੋਗਦਾਨ ਦਿੱਤਾ, ਜਿਨ੍ਹਾਂ ਵਿੱਚੋਂ OFM ਕੈਪ, CST, OCD, CMSF, SFX ਅਤੇ SSP ਫਾਦਰਸ ਨੇ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਇਆ। ਇੰਨਾ ਹੀ ਨਹੀਂ, ਫਾਦਰਾਂ ਤੋਂ ਇਲਾਵਾ ਬਹੁਤ ਸਾਰੀਆਂ ਸਿਸਟਰਾਂ ਨੇ ਵੀ ਜਲੰਧਰ ਡਾਇਓਸੀਸ ਦੇ ਮਿਸ਼ਨਰੀ ਕੰਮਾਂ ਦੇ ਵਿੱਚ ਆਪਣਾ ਯੋਗਦਾਨ ਪਾਇਆ। SCGM, CMC, BS, CFM, SS, SABS, FCC, DM, MC, CSC, CSN, CHF, SH, SD, CPS, DPM ਅਤੇ MJ ਸਿਸਟਰਾਂ ਨੇ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਇਆ। ਹਾਲਾਂਕਿ ਉਸ ਸਮੇਂ ਪੁਰੋਹਿਤਾਂ ਦੀ ਗਿਣਤੀ ਬਹੁਤ ਥੋੜੀ ਸੀ, ਪਰ ਫਿਰ ਵੀ ਮਿਸ਼ਨਰੀ ਕੰਮ ਪ੍ਰਭਾਵਸ਼ਾਲੀ ਅਤੇ ਸ਼ਕਤੀਸ਼ਾਲੀ ਤਰੀਕੇ ਦੇ ਨਾਲ ਫੈਲਦਾ ਰਿਹਾ। ਮਿਸ਼ਨਰੀ ਪੁਰੋਹਿਤਾਂ ਨੇ ਮੁਨਾਦ ਭਰਾਵਾਂ ਦੇ ਨਾਲ ਮਿਲ ਕੇ ਦਿਨ ਰਾਤ ਮਿਹਨਤ ਕੀਤੀ ਅਤੇ ਪਿੰਡ ਦੇ ਲੋਕਾਂ ਦੇ ਵਿੱਚ ਵਿਸ਼ਵਾਸ ਦਾ ਬੀਜ ਬੀਜਿਆ। ਖੁਦਾ ਨੇ ਮਨੁੱਖ ਦੇ ਸਰੀਰ ਦੇ ਅੰਦਰ ਰੀੜ ਦੀ ਹੱਡੀ ਦਾ ਪ੍ਰਬੰਧ ਕੀਤਾ ਹੈ। ਇਸ ਦੀ ਰਚਨਾ ਹੀ ਅਜਿਹੀ ਹੈ ਜੋ ਕਿ ਮਨੁੱਖ ਨੂੰ ਇੱਕ ਸਤੰਭ ਦੇ ਵਾਂਗ ਖੜਾ ਹੋਣ ਦੇ ਲਈ ਬਲ ਪ੍ਰਦਾਨ ਕਰਦੀ ਹੈ। ਸਹੀ ਮਾਇਨੇ ਦੇ ਵਿੱਚ ਸਮੁੱਚੇ ਸਰੀਰ ਦਾ ਢਾਂਚਾ ਹੀ ਇਸ ਦੇ ਉੱਤੇ ਟਿਕਿਆ ਹੋਇਆ ਹੈ। ਜੇਕਰ ਇਸ ਦੇ ਵਿੱਚ ਵਿਗਾੜ ਆ ਜਾਵੇ ਤਾਂ ਸਾਰੇ ਦਾ ਸਾਰਾ ਸਰੀਰ ਹੀ ਢਹਿ ਢੇਰੀ ਹੋ ਜਾਵੇਗਾ। ਕਲੀਸਿਆ ਦਾ ਹਰ ਮਨੁੱਖ ਪ੍ਰਭੂ ਯਿਸੂ ਮਸੀਹ ਦੇ ਸਰੀਰ ਦਾ ਅੰਗ ਹੈ, ਜਿਸ ਵਿੱਚ ਮੁਨਾਦ ਰੀੜ ਦੀ ਹੱਡੀ ਦਾ ਕੰਮ ਕਰਦਾ ਹੈ। ਇਉਂ ਭਾਵੇਂ ਅਸੀਂ ਸਾਰੇ ਮਿਲ ਜੁਲ ਕੇ ਕਲੀਸਿਆ ਦੇ ਕੰਮ ਨੂੰ ਅੱਗੇ ਵਧਾਉਂਦੇ ਹਾਂ, ਪਰ ਇੱਕ ਮੁਨਾਦ ਦੇ ਕਿਰਦਾਰ ਨੂੰ ਕੋਈ ਹੋਰ ਕਦੇ ਵੀ ਨਹੀਂ ਨਿਭਾ ਸਕਦਾ। ਮੌਜੂਦਾ ਸਮੇਂ ਦੇ ਵੱਲ ਝਾਤੀ ਮਾਰੀਏ ਤਾਂ ਬਹੁਤ ਸਾਰੇ ਫਾਦਰ ਸਹਿਬਾਨ ਅਤੇ ਸਿਸਟਰ ਸਹਿਬਾਨਾਂ ਨੇ ਆਪਣੇ ਆਪ ਨੂੰ ਪ੍ਰਭੂ ਦੇ ਲਈ ਸਮਰਪਿਤ ਕੀਤਾ ਹੋਇਆ ਹੈ, ਪਰ ਫਿਰ ਵੀ ਇੱਕ ਮੁਨਾਦ ਦੇ ਕਿਰਦਾਰ ਨੂੰ ਕਿਸੇ ਵੀ ਤਰ੍ਹਾਂ ਅਣਗੌਲਿਆ ਕਦੀ ਨਹੀਂ ਕੀਤਾ ਜਾ ਸਕਦਾ। ਇੱਕ ਪੁਰੋਹਿਤ ਇਕੱਲਾ ਹੀ ਆਪਣੇ ਤੌਰ ਤੇ ਕਲੀਸਿਆ ਦੇ ਘਰ-ਘਰ ਵਿੱਚ ਜਾ ਕੇ ਮਸੀਹੀ ਤਾਲੀਮ ਨਹੀਂ ਦੇ ਸਕਦਾ ਹੈ, ਪਰ ਇੱਕ ਮੁਨਾਦ ਦੇ ਸਹਿਯੋਗ ਦੇ ਨਾਲ ਪੁਰੋਹਿਤ ਇਹ ਕੰਮ ਆਸਾਨੀ ਦੇ ਨਾਲ ਕਰ ਸਕਦਾ ਹੈ। ਇੱਕ ਮੁਨਾਦ ਕਲੀਸਿਆ ਦੇ ਲੋਕਾਂ ਦੀਆਂ ਲੋੜਾਂ ਨੂੰ ਵੀ ਪੁਰੋਹਿਤ ਤੱਕ ਪਹੁੰਚਾਉਣ ਦਾ ਕੰਮ ਕਰਦਾ ਹੈ। ਇਸ ਤਰ੍ਹਾਂ ਮੁਨਾਦ ਇੱਕ ਪੁਰੋਹਿਤ ਅਤੇ ਕਲੀਸਿਆ ਦੇ ਵਿੱਚ ਸੰਦੇਸ਼ਵਾਹਕ ਦਾ ਕੰਮ ਕਰਦਾ ਹੈ। ਜਲੰਧਰ ਡਾਇਓਸੀਸ ਦੇ ਇਤਿਹਾਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਆਰੰਭਿਕ ਸਮੇਂ ਦੇ ਵਿੱਚ ਜਦੋਂ ਪੁਰੋਹਿਤਾਂ ਦੀ ਗਿਣਤੀ ਬਹੁਤ ਘੱਟ ਸੀ, ਉਸ ਸਮੇਂ ਦੇ ਵਿੱਚ ਮੁਨਾਦਾਂ ਦੀ ਗਿਣਤੀ ਵੀ ਬਹੁਤ ਘੱਟ ਸੀ ਅਤੇ ਕਿਹਾ ਜਾਂਦਾ ਹੈ ਕਿ ਉਸ ਸਮੇਂ ਦੇ ਵਿੱਚ ਜਦੋਂ ਮੁਨਾਦ ਪ੍ਰਭੂ ਦੀ ਅੰਜੀਲ ਦਾ ਪ੍ਰਚਾਰ ਕਰਨ ਦੇ ਲਈ ਇੱਕ ਪਿੰਡ ਤੋਂ ਦੂਸਰੇ ਪਿੰਡ ਤੱਕ ਜਾਂਦੇ ਸਨ ਤਾਂ ਸਾਧਨਾਂ ਦੀ ਘਾਟ ਹੋਣ ਦਾ ਕਰਕੇ ਕਦੇ ਹਫ਼ਤੇ ਬਾਅਦ, ਕਦੇ 10 ਦਿਨਾਂ ਬਾਅਦ ਅਤੇ ਕਦੇ ਮਹੀਨੇ ਬਾਅਦ ਹੀ ਘਰ ਵਾਪਸ ਆਉਂਦੇ ਸਨ। ਪਰ ਫਿਰ ਵੀ ਉਸ ਸਮੇਂ ਦੇ ਇਹ ਮੁਨਾਦ ਬਿਨਾਂ ਕਿਸੇ ਸ਼ਿਕਵਾ ਅਤੇ ਸ਼ਿਕਾਇਤ ਦੇ ਪ੍ਰਭੂ ਯਿਸੂ ਮਸੀਹ ਦੇ ਲਈ ਇਹ ਸਾਰੀਆਂ ਮੁਸ਼ਕਿਲਾਂ ਨੂੰ ਵੀ ਝੱਲ ਲੈਂਦੇ ਸਨ। ਜਲੰਧਰ ਡਾਇਓਸੀਸ ਦੇ ਆਰੰਭਿਕ ਸਮੇਂ ਤੋਂ ਹੁਣ ਤੱਕ ਦਾ ਸਮਾਂ ਦੇਖੀਏ ਤਾਂ ਸਾਡੇ ਮੁਨਾਦ ਪ੍ਰਭੂ ਯਿਸੂ ਮਸੀਹ ਦੀ ਅੰਜੀਲ ਦੇ ਪ੍ਰਚਾਰ ਦੀ ਸੇਵਾ ਦੇ ਲਈ ਸਹੀ ਮਾਇਨੇ ਦੇ ਵਿੱਚ ਧੰਨਵਾਦ ਦੇ ਸ਼ਬਦਾਂ ਦੇ ਪਾਤਰ ਹਨ, ਜਿਨ੍ਹਾਂ ਨੇ ਸਾਡੇ ਵਾਸਤੇ ਰਾਹ ਤਿਆਰ ਕੀਤਾ ਕਿ ਅਸੀਂ ਪ੍ਰਭੂ ਯਿਸੂ ਦਾ ਪ੍ਰਚਾਰ ਜਗ੍ਹਾ-ਜਗ੍ਹਾ ਤੇ ਫੈਲਾਉਣ ਦੇ ਯੋਗ ਹੋਏ ਹਾਂ। ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੀ ਮੁੱਢਲੀ ਕਲੀਸਿਆ ਦੀ ਬਣਤਰ ਦੇ ਵਿੱਚ ਮੁਨਾਦਾਂ ਦੇ ਕਾਰਜ ਅਤੇ ਸਮੇਂ ਦੀ ਜਾਣਕਾਰੀ ਤਾਂ ਪ੍ਰਾਪਤ ਨਹੀਂ ਹੋ ਸਕਦੀ, ਪਰ ਉਹਨਾਂ ਵਿੱਚੋਂ ਕੁਝ ਮੁੱਖ ਨਾਮ ਇਸ ਤਰ੍ਹਾਂ ਹਨ: ਬਾਬੂ H ਬਰਨਾਰਡ, ਬਾਬੂ ਮਨਸਾ ਰਾਮ ਵਿਕਟਰ ਅਤੇ ਇਹਨਾਂ ਦੇ ਹੀ ਸਪੁੱਤਰ ਬਾਬੂ ਬੈਨੇਡਿਕਟ ਬਰਕਤ ਮਸੀਹ ਫਤਿਹ ਨੰਗਲ, ਬਾਬੂ ਦੀਵਾਨ ਐਡਵਰਡ ਡਡਵਾ, ਬਾਬੂ ਗੁਲਜ਼ਾਰ, ਬਾਬੂ ਸੈਮੂਅਲ ਪੱਟੀ ਪਾਖਰਪੁਰਾ, ਬਾਬੂ ਕੇਸਰ ਦਾਸ ਫਿਰੋਜ਼ਪੁਰ, ਬਾਬੂ ਜੈਮਲ ਅਤੇ ਬਾਬੂ ਸਾਗਰ ਖੁਸ਼ਪੁਰ, ਬਾਬੂ ਨਿਆਜ਼ ਅਤੇ ਬਾਬੂ ਫ੍ਰਾਂਸਿਸ ਜਿੰਦੂ ਆਦਿ। ਅੰਗਰੇਜ਼ ਫਾਦਰ ਸਹਿਬਾਨਾਂ ਦੇ ਸਮੇਂ ਮੁਨਾਦ ਵਜੋਂ ਸੇਵਾ ਆਰੰਭ ਕਰਨ ਵਾਲਿਆਂ ਵਿੱਚ ਮੁੱਖ ਹਨ ਬਾਬੂ ਅਨਾਇਤ ਜੋਜ਼ਫ, ਬਾਬੂ ਗਿਆਨ ਜੋਜ਼ਫ, ਬਾਬੂ ਮੰਨਾ ਮੈਥਿਊ, ਬਾਬੂ ਪਾਲੀ,
ਬਾਬੂ ਰਹਿਮਤ ਪਤਰਸ, ਬਾਬੂ ਯਾਕੂਬ ਗਿੱਲਾਂ ਵਾਲੀ, ਬਾਬੂ ਅਨਾਇਤ ਮਾਸ਼ੀ ਨੰਗਰ, ਬਾਬੂ ਫਿਰੋਜ਼ ਮਸੀਹ ਡੁਗਰੀ। ਜਲੰਧਰ ਖੇਤਰ ਵਿੱਚ ਮੁੱਢਲੀ ਕਲੀਸਿਆ ਵਿੱਚ ਸੇਵਾਰਤ ਰਹੇ ਮੁਨਾਦ ਸਹਿਬਾਨਾਂ ਦੇ ਵਿੱਚ ਬਾਬੂ ਸੋਹਣ ਲਾਲ, ਬਾਬੂ ਗਿਆਨ ਚੰਦ, ਬਾਬੂ ਅਲਿਆਸ, ਬਾਬੂ ਇੰਦਰਿਆਸ, ਬਾਬੂ ਗੁਲਜ਼ਾਰ ਮਸੀਹ, ਬਾਬੂ ਕਰਮ ਮਸੀਹ, ਬਾਬੂ ਪ੍ਰਕਾਸ਼ ਕਪੂਰਥਲਾ, ਬਾਬੂ ਰਹਿਮਤ ਮਸੀਹ ਗਾਂਧਰਾ, ਬਾਬੂ ਕਰਮਚੰਦ ਮਾਲੜੀ ਵਾਲਾ ਅਤੇ ਬਾਬੂ ਕਲਿਆਣ ਆਦਿ ਦਾ ਨਾਂ ਮੁੱਖ ਤੌਰ ਤੇ ਆਂਦਾ ਹੈ। ਮੁੱਢਲੇ ਮਿਸ਼ਨਰੀਆਂ ਵਿੱਚ ਜ਼ਿਆਦਾਤਰ ਮਿਸ਼ਨਰੀ ਇੰਗਲੈਂਡ ਦੇ ਕੈਪੂਚਨ ਪੁਰੋਹਿਤ ਹੀ ਹੁੰਦੇ ਸਨ, ਜਿਨ੍ਹਾਂ ਵਿੱਚ ਫਾਦਰ ਜੇਰੋਮ ਸਰਾਕਤ OFM ਕੈਪ ਕੋਜ਼ੂਵਨਲ ਪਹਿਲੇ ਭਾਰਤੀ ਕੈਪੂਚਨ ਸਨ ਅਤੇ ਫਾਦਰ ਐਡਵਰਡ ਵੰਦਾਕਮ ਦੂਜੇ ਭਾਰਤੀ ਕੈਪੂਚਨ ਸਨ, ਜੋ 1953 ਦੇ ਵਿੱਚ ਜਲੰਧਰ ਦੇ ਮਿਸ਼ਨ ਕੰਮਾਂ ਦੇ ਨਾਲ ਜੁੜੇ ਸਨ। ਮਿਸ਼ਨਰੀਆਂ ਦੀ ਹਫਤਾ ਭਰ ਦੀ ਮਿਹਨਤ ਮੁਸ਼ਕਿਲ ਨਹੀਂ ਪਰ ਲਾਭਦਾਇਕ ਅਤੇ ਫਲਦਾਇਕ ਰਹੀ। ਪਿਆਰੇ ਦਰਸ਼ਕੋ, ਤੁਸੀਂ ਹੁਣੇ ਹੀ ਡਾਇਸਿਸ ਦੇ ਵਿਸ਼ੇਸ਼ ਇਤਿਹਾਸਿਕ ਘਟਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਹੈ ਅਤੇ ਉਸ ਦੇ ਨਾਲ ਇਹ ਵੀ ਜਾਣਿਆ ਹੈ ਕਿ ਕਿੱਦਾਂ ਖੁਦਾ ਦਾ ਵਚਨ ਇਸ ਧਰਤੀ ਉੱਤੇ ਆਇਆ, ਕਿੱਦਾਂ ਖੁਦਾ ਦੇ ਵਚਨ ਨੇ ਇਸ ਧਰਤੀ ਤੇ ਆਪਣੀ ਪਕੜ ਫੜੀ ਅਤੇ ਕਿੱਦਾਂ ਉਸ ਸਮੇਂ ਦੇ ਮਿਸ਼ਨਰੀਆਂ ਨੇ ਸਖਤ ਮਿਹਨਤ ਕਰਦੇ ਹੋਏ, ਹਰ ਇੱਕ ਮੁਸ਼ਕਲ ਦਾ ਸਾਹਮਣਾ ਕਰਦੇ ਹੋਏ ਸਾਨੂੰ ਰਸੂਲੀ ਕਲੀਸਿਆ ਦਾ ਮਾਣ ਬਖਸ਼ਿਆ ਹੈ। ਜੇਕਰ ਅਸੀਂ ਇਸ ਸਮੇਂ ਨੂੰ ਸਾਹਮਣੇ ਰੱਖੀਏ ਤਾਂ ਸਾਨੂੰ ਸਾਡੇ ਅਤੀ ਸਤਿਕਾਰਯੋਗ ਬਿਸ਼ਪ ਸਿੰਫੋਰੀਅਨ ਜੀ ਬਹੁਤ ਯਾਦ ਆਉਂਦੇ ਹਨ, ਕਿਉਂਕਿ ਉਹ ਇਸ ਡਾਇਸਿਸ ਦੇ ਪਹਿਲੇ ਬਿਸ਼ਪ ਸਨ ਅਤੇ ਉਹਨਾਂ ਨੇ ਇਸ ਡਾਇਸਿਸ ਨੂੰ ਇਹ ਆਕਾਰ ਦਿੱਤਾ ਹੈ। ਅਸੀਂ ਆਪਣੇ ਬਿਸ਼ਪ ਸਾਹਿਬ ਜੀ ਦੀ ਸੰਪੂਰਨ ਜੀਵਨੀ ਅਤੇ ਉਹਨਾਂ ਦੀ ਅਣਥੱਕ ਮਿਹਨਤ ਨਾਲ ਕੀਤੇ ਸਾਰੇ ਕੰਮਾਂ ਨੂੰ ਡਾਇਸਿਸ ਦੇ ਇਤਿਹਾਸ ਦੇ ਤੀਜੇ ਪੜਾਅ ਵਿੱਚ ਪੇਸ਼ ਕਰਾਂਗੇ। ਇਸ ਸਮੇਂ ਦੇ ਦੌਰਾਨ ਦੂਸਰੀਆਂ ਮਿਸ਼ਨਾਂ ਨੇ ਵੀ ਇੱਥੇ ਬਹੁਤ ਕੰਮ ਕੀਤਾ ਹੈ। ਉਹਨਾਂ ਨੇ ਵੀ ਪੂਰੇ ਜੋਸ਼ ਨਾਲ ਪ੍ਰਚਾਰ ਦਾ ਕੰਮ ਕੀਤਾ ਅਤੇ ਖੁਦਾ ਦੇ ਰਾਜ ਨੂੰ ਫੈਲਾਇਆ ਹੈ। ਪਰ ਇੱਥੇ ਸਾਡੀਆਂ ਡਾਕੂਮੈਂਟਰੀਜ਼ ਦਾ ਜੋ ਦ੍ਰਿਸ਼ਟੀਕੋਣ ਹੈ ਉਹ ਸਿਰਫ ਕੈਥੋਲਿਕ ਹੀ ਹੈ। ਤੁਹਾਨੂੰ ਇਹ ਵੀ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਗੋਲਡਨ ਜੁਬਲੀ ਦੇ ਮੌਕੇ ਤੇ ਇੱਕ ਗੋਲਡਨ ਜੁਬਲੀ ਲੋਗੋ ਵੀ ਤਿਆਰ ਕੀਤਾ ਗਿਆ ਹੈ, ਜੋ ਮਾਨਯੋਗ ਫਾਦਰ GP ਨੇ ਤਿਆਰ ਕੀਤਾ ਹੈ। ਹੁਣ ਅਸੀਂ ਸਾਰੇ ਉਸ ਦੀ ਵਿਆਖਿਆ ਨੂੰ ਦੇਖਾਂਗੇ। ਮਸੀਹ ਵਿੱਚ ਸਭ ਕੁਝ ਮੁੜ ਬਹਾਲ ਕੀਤਾ ਜਾਵੇ। ਜਿੰਨੇ ਤਾਰੇ ਅਸਮਾਨਾਂ ਦੇ ਉੱਤੇ ਨੇ, ਓਨੇ ਵਰਿਆਂ ਦੀ ਈਦ ਮਨਾਵਾਂ ਮੈਂ। ਐ ਖੁਦਾ, ਤੇਰੀ ਬੰਦਗੀ ਵਿੱਚ ਜੀਵਾਂ ਤੇ ਤੇਰੀ ਸੇਵਾ ਕਰਦਾ ਹੀ ਮਰ ਜਾਵਾਂ ਮੈਂ। ਪਵਿੱਤਰ ਬਾਈਬਲ ਦੇ ਅਨੁਸਾਰ ਜੁਬਲੀ ਸਾਲ ਖੁਦਾ ਦੀ ਮਿਹਰ ਦਾ ਪ੍ਰਤੀਕ ਹੁੰਦਾ ਹੈ, ਜੋ ਕਿ ਖੁਦਾ ਦੀ ਦਇਆ ਅਤੇ ਮਨੁੱਖ ਦੇ ਵਿਸ਼ਵਾਸੀ ਜੀਵਨ ਨੂੰ ਦਰਸਾਉਂਦਾ ਹੈ। 50 ਸਾਲ ਪਹਿਲਾਂ ਪ੍ਰਭੂ ਦੇ ਪਿਆਰ ਅਤੇ ਪ੍ਰਭੂ ਦੀ ਕਲੀਸਿਆ ਨੂੰ ਸਮਰਪਿਤ ਜਲੰਧਰ ਡਾਇਓਸੀਸ ਅੱਜ ਗੋਲਡਨ ਜੁਬਲੀ ਦੇ ਦਰ ਤੇ ਹੈ। ਤੇ ਆਓ ਅਸੀਂ ਜਾਣੀਏ ਜਲੰਧਰ ਡਾਇਓਸੀਸ ਦੇ ਸ਼ਾਨਦਾਰ 50 ਸਾਲਾਂ ਦੇ ਬਾਰੇ ਉਸ ਦੇ ਗੋਲਡਨ ਜੁਬਲੀ ਦੇ ਲੋਗੋ ਦੇ ਦੁਆਰਾ। ਗੋਲਡਨ ਜੁਬਲੀ ਦਾ ਲੋਗੋ ਕੁੱਲ 12 ਅੰਗਾਂ ਨਾਲ ਮਿਲ ਕੇ ਬਣਿਆ ਹੈ, ਯਾਨੀ ਕਿ ਅੰਕ 50, ਗੋਲ ਚੱਕਰ, ਤਾਰੇ, ਪਹਾੜ, ਕਬੂਤਰ, ਤਾਓ, ਲਹਿਰਾਂ, ਕਣਕ ਦੇ ਸਿੱਟੇ, ਪੱਤੇ ਅਤੇ ਗੋਲਡਨ ਕਿਨਾਰੇ, ਉਤਾਂ ਚੁੱਕੇ ਹੋਏ ਹੱਥ, ਬਾਈਬਲ ਤੇ ਆਦਰਸ਼ ਅਤੇ ਰੰਗ। ਇਹਨਾਂ ਸਭ ਦਾ ਅਰਥ ਇਸ ਤਰ੍ਹਾਂ ਹੈ। ਅੰਕ 50 ਲੋਗੋ ਵਿੱਚ ਉਭਰਿਆ ਅੰਕ 50 ਡਾਇਓਸੀਸ ਦੀ ਗੋਲਡਨ ਜੁਬਲੀ ਦਾ ਜ਼ਿਕਰ ਕਰਦਾ ਹੈ, ਜੋ ਬਾਈਬਲ ਵਿੱਚ ਬਿਆਨ ਕੀਤੇ ਗਏ ਜੁਬਲੀ ਸਾਲ ਤੋਂ ਲਿਆ ਗਿਆ ਹੈ। ਇਸ ਨੂੰ ਮਨਾਉਣਾ ਇੱਕ ਇਲਾਹੀ ਹੁਕਮ ਹੈ। ਇਸ ਦੇ ਰਾਹੀਂ ਅਸੀਂ ਆਪਣੇ ਆਪ ਨੂੰ ਇਹ ਯਾਦ ਕਰਵਾਉਂਦੇ ਹਾਂ
ਕਿ ਸਭ ਕੁਝ ਦੇ ਲਈ ਅਸੀਂ ਖੁਦਾ ਦੇ ਦੇਣਦਾਰ ਹਾਂ। ਗੋਲ ਚੱਕਰ। ਗੋਲ ਚੱਕਰ ਡਾਇਓਸੀਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਪ੍ਰਤੀਕ ਹੈ ਜੋ ਉਸ ਦੀ ਮਿਸ਼ਨ ਤੇ ਕੇਂਦਰਿਤ ਹੈ। ਤਾਰੇ। 12 ਤਾਰੇ ਮਾਂ ਮਰੀਅਮ ਦੀ ਸਰਪ੍ਰਸਤੀ ਨੂੰ ਦਰਸਾਉਂਦੇ ਹਨ। ਮਾਂ ਮਰੀਅਮ ਡਾਇਓਸੀਸ ਦੀ ਪ੍ਰਮੁੱਖ ਸਰਪ੍ਰਸਤ ਹੈ। ਇਹ ਡਾਇਓਸੀਸ ਦੇ ਲਈ ਮਾਂ ਮਰੀਅਮ ਦੀ ਮਾਂ ਵਾਲੀ ਸੁਰੱਖਿਆ ਨੂੰ ਦਰਸਾਉਂਦੇ ਹਨ। ਪਹਾੜ। ਬਰਫ਼ ਨਾਲ ਢਕੇ ਹੋਏ ਪਹਾੜ ਹਿਮਾਚਲ ਪ੍ਰਦੇਸ਼ ਵੱਲ ਇਸ਼ਾਰਾ ਕਰਦੇ ਹਨ। ਇਸ ਦੇ 4 ਜ਼ਿਲ੍ਹੇ ਜਲੰਧਰ ਡਾਇਓਸੀਸ ਦਾ ਹਿੱਸਾ ਹਨ। ਕਬੂਤਰ। ਕਬੂਤਰ ਪਾਕ ਰੂਹ ਦਾ ਪ੍ਰਤੀਕ ਹੈ ਜੋ ਸਾਨੂੰ ਪ੍ਰੇਰਣਾ ਦਿੰਦਾ ਹੈ, ਸਾਡੀ ਅਗਵਾਈ ਕਰਦਾ ਹੈ ਅਤੇ ਸਾਡੀ ਡਾਇਓਸੀਸ ਦੇ ਮਿਸ਼ਨ ਅਤੇ ਮਿਸ਼ਨਰੀਆਂ ਨੂੰ ਮਜ਼ਬੂਤੀ ਬਖਸ਼ਦਾ ਹੈ। ਤਾਓ। ਤਾਓ ਇਬਰਾਨੀ ਭਾਸ਼ਾ ਦੀ ਵਰਣਮਾਲਾ ਦਾ ਆਖਰੀ ਅੱਖਰ ਹੈ ਜਿਸ ਨੂੰ ਡਾਇਓਸੀਸ ਦੇ ਦੂਜੇ ਸਰਪ੍ਰਸਤ ਸੰਤ ਫਰਾਂਸਿਸ ਅਸੀਸੀ ਨੇ ਆਪਣੇ ਦਸਤਖਤ ਵਜੋਂ ਅਪਣਾਇਆ ਸੀ। ਇਹ ਡਾਇਓਸੀਸ ਦੀ ਉਸ ਰੂਹਾਨੀਅਤ ਦਾ ਪ੍ਰਤੀਕ ਹੈ ਜੋ ਉਸ ਨੇ ਆਪਣੇ ਮੁੱਢਲੇ ਫਰਾਂਸਿਸਕਨ ਮਿਸ਼ਨਰੀਆਂ ਤੋਂ ਵਿਰਾਸਤ ਵਿੱਚ ਹਾਸਲ ਕੀਤੀ ਹੈ। ਇਹ ਹਰ ਮਿਸ਼ਨਰੀ ਨੂੰ ਇਹ ਯਾਦ ਕਰਵਾਉਂਦੀ ਹੈ ਕਿ ਉਹ ਮਿਸ਼ਨ ਦੇ ਕੰਮਾਂ ਦੀ ਡੂੰਘਾਈ ਵਿੱਚ ਰਹਿੰਦਿਆਂ ਗਰੀਬੀ ਅਤੇ ਤਿਆਗ ਵਾਲਾ ਜੀਵਨ ਅਪਣਾਉਣ। ਲਹਿਰਾਂ। 3 ਲਹਿਰਾਂ ਭਾਰਤੀ ਪੰਜਾਬ ਦੇ 3 ਦਰਿਆਵਾਂ ਨੂੰ ਦਰਸਾਉਂਦੀਆਂ ਹਨ ਜਿੱਥੇ ਜਲੰਧਰ ਡਾਇਓਸੀਸ ਸਥਿਤ ਹੈ। ਕਣਕ ਦੇ ਸਿੱਟੇ। ਕਣਕ ਦੇ ਸਿੱਟੇ ਪੰਜਾਬ ਦੀ ਖੇਤੀਬਾੜੀ ਦੇ ਵਾਤਾਵਰਣ ਨੂੰ ਦਰਸਾਉਂਦੇ ਹਨ ਜਿਸ ਨੂੰ ਭਾਰਤ ਦੇ ਕਣਕ ਦੇ ਭੰਡਾਰ ਵਜੋਂ ਵੀ ਜਾਣਿਆ ਜਾਂਦਾ ਹੈ। ਪੱਤੇ ਅਤੇ ਗੋਲਡਨ ਕਿਨਾਰੇ। 2 ਹਰੇ ਪੱਤੇ ਉਦਮੀ ਲੋਕਾਂ ਅਤੇ ਮਿਸ਼ਨਰੀ ਉਮੀਦ ਦੀਆਂ ਪਰਿਸਥਿਤੀਆਂ ਵੱਲ ਸੰਕੇਤ ਕਰਦੇ ਹਨ। ਦੋਵੇਂ ਪਾਸੇ ਦੇ ਗੋਲਡਨ ਕਿਨਾਰੇ ਡਾਇਓਸੀਸ ਨੂੰ ਸੌਂਪੇ ਗਏ ਮਿਸ਼ਨ ਕਾਰਜਾਂ ਦੀ ਪਰਛਾਈ ਹਨ ਜੋ ਕਿ ਸਖਤ ਮਿਹਨਤ ਅਤੇ ਵਚਨਬੱਧਤਾ ਦੇ ਨਾਲ ਈਮਾਨ ਦੀ ਫਸਲ ਨੂੰ ਤਿਆਰ ਕਰਨਾ ਹੈ। ਉਤਾਂ ਚੁੱਕੇ ਹੋਏ ਹੱਥ। ਹਰੇ ਪੱਤੇ ਅਤੇ ਗੋਲਡਨ ਕਿਨਾਰੇ ਉਤਾਂ ਚੁੱਕੇ ਹੋਏ ਹੱਥਾਂ ਵਾਂਗ ਹਨ ਜੋ ਗੁਜ਼ਰੇ ਸਾਲਾਂ ਦੇ ਲਈ ਖੁਦਾ ਦੀ ਸ਼ੁਕਰਗੁਜ਼ਾਰੀ ਕਰਦੇ ਹਨ। ਇਹ ਅੰਗਰੇਜ਼ੀ ਵਰਣਮਾਲਾ ਦੇ ਇਸ ਅੱਖਰ ਵਾਂਗ ਬਣੇ ਹਨ ਜੋ ਇਹ ਦਰਸਾਉਂਦੇ ਹਨ ਕਿ ਪਵਿੱਤਰ ਬਾਈਬਲ ਅਤੇ ਪਵਿੱਤਰ ਰਵਾਇਤਾਂ ਈਸਾਈ ਈਮਾਨ ਨੂੰ ਸੰਭਾਲਦੇ ਹਨ। ਬਾਈਬਲ ਅਤੇ ਆਦਰਸ਼। ਬਾਈਬਲ ਪ੍ਰਭੂ ਦੇ ਕਲਾਮ ਦਾ ਪ੍ਰਤੀਕ ਹੈ। ਗੋਲਡਨ ਜੁਬਲੀ ਮਨਾਉਣ ਵਿੱਚ ਸੰਤ ਪਾਪਾ ਪਾਇਸ 10ਵੇਂ ਦੇ ਆਦਰਸ਼ ਤੋਂ ਪ੍ਰੇਰਿਤ ਹੋ ਕੇ ਜੁਬਲੀ ਆਦਰਸ਼ ਦਿੱਤਾ ਗਿਆ ਹੈ ਕਿ ਮਸੀਹ ਵਿੱਚ ਸਭ ਕੁਝ ਮੁੜ ਬਹਾਲ ਕੀਤਾ ਜਾਵੇ। ਰੰਗ। ਲੋਗੋ ਵਿੱਚ 7 ਰੰਗਾਂ ਦੀ ਵਰਤੋਂ ਪ੍ਰਭੂ ਯਿਸੂ ਮਸੀਹ ਦੁਆਰਾ ਸਾਡੇ ਤੋਂ ਮੰਗੀ ਗਈ ਮਸੀਹੀ ਸੰਪੂਰਨਤਾ ਦਾ ਚਿੰਨ੍ਹ ਹੈ ਅਤੇ ਚੁਣੀ ਹੋਈ ਕੌਮ ਵਜੋਂ ਸਾਡੇ ਜੀਵਨ ਦਾ ਪ੍ਰਤੀਕ ਹੈ। ਇਸੇ ਤਰ੍ਹਾਂ ਪ੍ਰਭੂ ਦੇ ਆਤਮਾ ਦੀ ਅਗਵਾਈ ਹੇਠ ਲਗਾਤਾਰ ਮਿਸ਼ਨਰੀ ਸੇਵਾ ਰਾਹੀਂ ਜਲੰਧਰ ਡਾਇਓਸੀਸ ਮਾਣ ਨਾਲ ਪ੍ਰਭੂ ਦਾ ਵਚਨ ਫੈਲਾ ਰਹੀ ਹੈ। ਪਿਆਰੇ ਦਰਸ਼ਕੋ, ਇਸ ਐਪੀਸੋਡ ਦੀ ਸਮਾਪਤੀ ਲਈ ਆਓ ਅਸੀਂ ਗੋਲਡਨ ਜੁਬਲੀ ਸਾਲ ਲਈ ਪ੍ਰਾਰਥਨਾ ਕਰੀਏ ਤਾਂ ਕਿ ਖੁਦਾ ਦੀਆਂ ਬਰਕਤਾਂ ਹਮੇਸ਼ਾ ਸਾਡੀ ਡਾਇਓਸੀਸ ਉੱਤੇ ਬਣੀਆਂ ਰਹਿਣ। ਐ ਖੁਦਾ, ਸਾਡੇ ਸਿਰਜਣਹਾਰ ਅਤੇ ਬਾਪ, ਅਸੀਂ ਤੈਨੂੰ ਸਿਜਦਾ ਕਰਦੇ ਹਾਂ, ਅਸੀਂ ਤੇਰੀ ਆਰਾਧਨਾ ਕਰਦੇ ਹਾਂ, ਤੇਰੀ ਵਡਿਆਈ ਕਰਦੇ ਹਾਂ। ਸਾਡੀ ਡਾਇਓਸੀਸ ਦੀ ਗੋਲਡਨ ਜੁਬਲੀ ਦੇ ਮੌਕੇ ਤੇ ਉਹਨਾਂ ਸਾਰੀਆਂ ਬਰਕਤਾਂ ਲਈ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਜੋ ਪਿਛਲੇ 49 ਸਾਲਾਂ ਵਿੱਚ ਤੂੰ ਸਾਨੂੰ ਬਖਸ਼ਿਆ ਹਨ। ਅਸੀਂ ਆਪਣੀ ਸਰਪ੍ਰਸਤ ਮਾਂ ਮਰੀਅਮ ਨਾਲ ਮਿਲ ਕੇ ਉਸ ਦੇ ਖੁਸ਼ੀ ਭਰੇ ਐਲਾਨ ਨੂੰ ਦੁਹਰਾਉਂਦੇ ਹਾਂ। ਸਰਵਸ਼ਕਤੀਮਾਨ ਨੇ ਸਾਡੇ ਲਈ ਅਨੋਖੇ ਕੰਮ ਕੀਤੇ ਹਨ। ਐ ਪ੍ਰਭੂ, ਅਸੀਂ ਆਪਣੇ ਪਹਿਲੇ ਚਰਵਾਹੇ ਬਿਸ਼ਪ ਸਿੰਫੋਰੀਅਨ
ਅਤੇ ਉਹਨਾਂ ਸਾਰੇ ਮਿਸ਼ਨਰੀਆਂ ਲਈ ਤੇਰਾ ਧੰਨਵਾਦ ਕਰਦੇ ਹਾਂ ਜੋ ਤੇਰੇ ਮਹਾਨ ਪਿਆਰ ਦੀ ਅੰਜੀਲ ਦੇ ਪ੍ਰਚਾਰ ਕਰਨ ਦੇ ਕਾਰਜ ਵਿੱਚ ਸ਼ਾਮਲ ਹੋਏ ਸਨ। ਐ ਪ੍ਰਭੂ ਯੀਸ਼ੂ, ਸਾਡੇ ਪ੍ਰਭੂ ਅਤੇ ਚਰਵਾਹੇ, ਤੇਰਾ ਹੁਕਮ ਹੈ ਕਿ ਇੱਕ ਦੂਜੇ ਨੂੰ ਪਿਆਰ ਕਰੋ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਹੈ। ਸਾਡੀ ਇਨਸਾਨੀ ਕਮਜ਼ੋਰੀਆਂ ਕਾਰਨ ਪਿਆਰ ਵਿੱਚ ਇਕੱਠੇ ਹੋਣ ਦੀ ਬਜਾਏ ਅਸੀਂ ਅਕਸਰ ਨਫ਼ਰਤ ਦੁਆਰਾ ਅਲੱਗ-ਅਲੱਗ ਹੋ ਜਾਂਦੇ ਹਾਂ। ਐ ਪ੍ਰਭੂ ਯੀਸ਼ੂ, ਅਸੀਂ ਬੇਨਤੀ ਕਰਦੇ ਹਾਂ ਕਿ ਸਹੀ ਫੈਸਲੇ ਲੈਣ ਵਿੱਚ ਸਾਡਾ ਮਾਰਗਦਰਸ਼ਨ ਕਰੋ। ਤੂੰ ਸੰਤ ਫਰਾਂਸਿਸ ਅਸੀਸੀ ਨੂੰ ਇੱਕ ਆਦਰਸ਼ ਅਤੇ ਸਹਾਇਕ ਵਜੋਂ ਸਾਨੂੰ ਦਿੱਤਾ ਹੈ। ਉਸ ਨਾਲ ਮਿਲ ਕੇ ਅਸੀਂ ਦੁਆ ਕਰਦੇ ਹਾਂ। ਐ ਪ੍ਰਭੂ, ਸਾਨੂੰ ਆਪਣੀ ਸ਼ਾਂਤੀ ਦੇ ਸਾਧਨ ਬਣਾ। ਐ ਰੂਪਾਕ ਪਿਆਰ, ਆਨੰਦ ਅਤੇ ਸ਼ਾਂਤੀ ਦੇ ਸੋਮੇ ਸਾਡੇ ਦਿਲਾਂ ਵਿੱਚ ਆਓ ਅਤੇ ਸਾਡੇ ਪਰਿਵਾਰਾਂ ਦੇ ਪੈਰਿਸ਼ਾਂ ਵਿੱਚ ਵਾਸ ਕਰੋ। ਐ ਖੁਦਾ ਦੀ ਰੂਹ, ਉਹਨਾਂ ਸਾਰਿਆਂ ਦੇ ਨਾਲ ਹੋ ਜੋ ਇਸ ਸਮੇਂ ਜ਼ੁਲਮ ਅਤੇ ਖੌਫ ਦੇ ਸ਼ਿਕਾਰ ਹੋਏ ਹਨ। ਐ ਏਕਤਾਈ ਦੀ ਰੂਹ, ਫੁੱਟ ਅਤੇ ਮਤਭੇਦ ਦੇ ਜ਼ਖਮਾਂ ਨੂੰ ਚੰਗਾ ਕਰ। ਹਰ ਇੱਕ ਦੇ ਦਿਲ ਵਿੱਚ ਮਾਫੀ ਅਤੇ ਚੰਗੀ ਭਾਵਨਾ ਦਾ ਬੀਜ ਬੀਜੋ। ਸਾਨੂੰ ਈਮਾਨ, ਉਮੀਦ ਅਤੇ ਪਿਆਰ ਵਿੱਚ ਨਵੀਨ ਕਰ। ਐ ਮਾਂ ਮਰੀਮ, ਸ਼ਾਂਤੀ ਦੀ ਰਾਣੀ, ਅਸੀਂ ਆਪਣੀ ਡਾਇਸਿਸ ਨੂੰ ਤੇਰੇ ਪਿਆਰ ਭਰੀ ਦੇਖ ਰੇਖ ਵਿੱਚ ਸੌਂਪਦੇ ਹਾਂ। ਤੇਰੇ ਬੇਟੇ ਪ੍ਰਭੂ ਯੀਸ਼ੂ ਮਸੀਹ ਨੇ ਸਿਖਾਇਆ ਹੈ ਕਿ ਜਦ ਅਸੀਂ ਬੇਸਹਾਰਿਆਂ, ਗਰੀਬਾਂ ਤੇ ਲੋੜਵੰਦਾਂ ਦੀ ਸੇਵਾ ਕਰਦੇ ਹਾਂ ਤਾਂ ਅਸੀਂ ਉਸ ਦੀ ਸੇਵਾ ਕਰਦੇ ਹਾਂ। ਸਾਨੂੰ ਨੇਕ ਸਾਮਰੀ ਬਣਾ ਜੋ ਈਮਾਨ ਦੀ ਆਸ ਨਾ ਰੱਖਦੇ ਹੋਏ ਆਪਣੇ ਛੋਟੇ ਤੋਂ ਛੋਟੇ ਭੈਣ ਭਰਾਵਾਂ ਦੀ ਸੇਵਾ ਕਰਨ ਲਈ ਤਿਆਰ ਰਹਿਣ। ਜੋ ਕੁਝ ਅਸੀਂ ਕਰੀਏ ਉਹ ਤੇਰੇ ਬੇਟੇ ਪ੍ਰਭੂ ਯੀਸ਼ੂ ਮਸੀਹ ਲਈ ਜਲਾਲ ਅਤੇ ਵਡਿਆਈ ਦਾ ਸਬਬ ਬਣੇ। ਐ ਮਾਂ ਮਰੀਮ, ਸਾਡੇ ਲਈ ਸਿਫਾਰਿਸ਼ ਕਰ ਤਾਂ ਜੋ ਸਾਡੇ ਵਿੱਚੋਂ ਹਰ ਇੱਕ ਸੱਚੇ ਦਿਲ ਨਾਲ ਪ੍ਰਭੂ ਯੀਸ਼ੂ ਦੀ ਸਿਖਾਈ ਹੋਈ ਇਹ ਪ੍ਰਾਰਥਨਾ ਕਰ ਸਕੇ। ਐ ਸਾਡੇ ਬਾਪ ਜਿਹੜਾ ਤੂੰ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ ਤੇਰੀ ਜ਼ਮੀਨ ਤੇ ਵੀ ਹੋਵੇ। ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਆਮੀਨ। ਸਲਾਮੇ ਮਰੀਮ, ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ। ਤੂੰ ਔਰਤਾਂ ਵਿੱਚੋਂ ਧਨ ਹੈ, ਨਾਲੇ ਧਨ ਹੈ ਤੇਰੇ ਪੇਟ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰਾਂ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਦੇ ਵੇਲੇ। ਆਮੀਨ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੀ ਵਡਿਆਈ ਹੋਵੇ, ਜਿਹੜੀ ਮੁੱਢੋਂ ਸੀ ਹੁਣ ਤੇ ਹਮੇਸ਼ਾ ਹੋਵੇਗੀ। ਆਮੀਨ।